गोपाल तेरा आरता, गोपाल तेरा आरता, गोपाल तेरा आरता, गोपाल तेरा आरता। जो जन तुमरी भगत करंते, जो जन तुमरी भगत करंते, जो जन तुमरी भगत करंते, जो जन तुमरी भगत करंते। तिनके काज सवारता, तिनके काज सवारता, तिनके काज सवारता, तिनके काज सवारता। दाल सीधा मांगो कियो, दाल सीधा मांगो कियो, दाल सीधा मांगो कियो, दाल सीधा मांगो कियो। हमरा खुशी करे नित जियो, हमरा खुशी करे नित जियो, हमरा खुशी करे नित जियो, हमरा खुशी करे नित जियो। पनिया साधन नीका, पनिया साधन नीका, पनिया साधन नीका, पनिया साधन नीका। अनाज मंगो सत सीका, अनाज मंगो सत सीका, अनाज मंगो सत सीका, अनाज मंगो सत सीका। गऊ भैंस मंगो लावेरी, गऊ भैंस मंगो लावेरी, गऊ भैंस मंगो लावेरी, गऊ भैंस मंगो लावेरी। एक ताजन तुरी चंगेरी, एक ताजन तुरी चंगेरी, एक ताजन तुरी चंगेरी, एक ताजन तुरी चंगेरी। घर की गीहन चंगी, घर की गीहन चंगी, घर की गीहन चंगी, घर की गीहन चंगी। जन धन्ना लेवै मंगी, जन धन्ना लेवै मंगी, जन धन्ना लेवै मंगी, जन धन्ना लेवै मंगी। गोपाल तेरा आरता, गोपाल तेरा आरता, गोपाल तेरा आरता, गोपाल तेरा आरता। जो जन तुमरी भगत करंते, जो जन तुमरी भगत करंते, जो जन तुमरी भगत करंते, जो जन तुमरी भगत करंते। तिनके काज सवारता, तिनके काज सवारता, तिनके काज सवारता, तिनके काज सवारता। बोले सो निहाल। वाहेगुरु जी का खालसा, वाहेगुरु जी की फतेह। ਇਹ ਗੁਰੂ ਪਿਆਰਿਓ ਸ਼ਬਦ ਭਗਤ ਧੰਨਾ ਜੀ ਦਾ ਉਚਾਰਨ ਕੀਤਾ ਹੋਇਆ ਵਾ, ਤੇ ਥੋੜੀ ਸੰਖੇਪ 'ਚ ਇਹਦੀ ਆਪਾਂ ਵਿਚਾਰ ਕਰ ਲੈਨੇ ਆ। ਵਿਚਾਰ ਦੇ ਦੌਰਾਨ ਕਿਸੇ ਗੁਰਮੁਖ ਪਿਆਰੇ ਨੇ ਕੁਝ ਪੁੱਛਣਾ ਹੋਇਆ ਤੇ ਆਪਾਂ ਉਹ ਵੀ ਨਾਲ ਵਿਚਾਰ ਲਾਂਗੇ, ਅਗਰ ਮੈਂ ਦੱਸ ਸਕਦਾ ਹੋਇਆ ਤਾਂ। ਭਗਤ ਧੰਨਾ ਜੀ ਦਾ ਸ਼ਬਦ ਆ। ਬਹੁਤੇ ਤੁਸੀਂ ਬੈਠਣਾ ਤੇ ਬੈਠ ਸਕਦੇ ਹੋ। ਤਾਂ ਭਗਤ ਧੰਨਾ ਜੀ ਦੇ ਬਾਰੇ ਕਿਹਾ ਜਾਂਦਾ ਵਾ ਵੀ ਇਹਨਾਂ ਨੇ ਪੱਥਰ ਦੇ ਵਿੱਚੋਂ ਰੱਬ ਦੀ ਪ੍ਰਾਪਤੀ ਕਰ ਲਈ ਸੀ, ਪਰ ਇਹ ਸਰਾਸਰ ਝੂਠ ਅਤੇ ਗਲਤ ਆ। ਭਗਤ ਧੰਨਾ ਜੀ ਦੇ ਜੀਵਨ ਦੇ ਉੱਤੇ ਪੰਜਾਬੀ ਫਿਲਮ ਵੀ ਬਣੀ ਸੀ, ਹਿੰਦੀ ਫਿਲਮ ਵੀ ਬਣੀ ਸੀ, ਜਿਹਦੇ ਵਿੱਚ ਸਾਰਾ ਕੁਝ ਦਿਖਾਇਆ ਗਿਆ। ਪਰ ਅਸੀਂ ਗੱਲ ਮੰਨਣੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ। ਇਹਦੇ ਵਿੱਚ ਕਿਤੇ ਵੀ ਇਹ ਗੱਲ ਨਹੀਂ ਲਿਖੀ ਕਿ ਭਗਤ ਧੰਨਾ ਜੀ ਨੇ ਪੱਥਰ ਦੀ ਪੂਜਾ ਕਰਕੇ ਗੁਰੂ ਗ੍ਰੰਥ ਸਾਹਿਬ ਰੱਬ ਜੀ ਦੀ ਪ੍ਰਾਪਤੀ ਕੀਤੀ, ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੱਥਰ ਪੂਜਾ ਦਾ ਖੰਡਨ ਕੀਤਾ ਗਿਆ ਵਾ। ਕਈ ਪੰਕਤੀਆਂ, ਕਈ ਪ੍ਰਮਾਣ ਨੇ। ਏਕੈ ਪਾਥਰ ਕੀਜੈ ਭਾਓ, ਏਕੈ ਪਾਥਰ ਧਰੀਐ ਪਾਉ, ਜੇ ਉਹ ਦਿਓ ਤਾਂ ਇਹ ਵੀ ਦੇਵਾ, ਕਹਿਤ ਨਾਮ ਦਿਓ ਹਮ ਹਰ ਕੀ ਸੇਵਾ। ਭਗਤ ਨਾਮਦੇਵ ਜੀ ਕਹਿੰਦੇ ਨੇ ਵੀ ਜਿਹੜਾ ਪੌੜੀਆਂ 'ਚ ਲੱਗਾ ਵਾ ਉਹ ਵੀ ਤੇ ਪੱਥਰ ਹੀ ਆ,
ਇੱਕ ਪਾਸੇ ਤੁਸੀਂ ਪੱਥਰ ਦਾ ਕੋਈ ਦੇਵੀ ਦੇਵਤਾ ਮੂਰਤੀ ਬਣਾ ਕੇ ਕਹਿੰਦੇ ਹੋ ਵੀ ਉਹ ਦੇਵਤਾ ਵਾ। ਜੇ ਉਹ ਦੇਵਤਾ ਵਾ ਪੱਥਰ ਵਿੱਚੋਂ ਬਣਾਇਆ ਹੋਇਆ, ਫਿਰ ਜਿਹਦੇ ਤੇ ਪੈਰ ਲੰਘ ਕੇ ਪੌੜੀਆਂ 'ਚ ਆਉਂਦੇ ਹੋ, ਫਿਰ ਉਹ ਵੀ ਤੇ ਦੇਵਤਾ ਹੀ ਆ। ਪਾਖਾਨ ਗੜ ਕੇ ਮੂਰਤ ਕੀਨੀ, ਛਾਤੀ ਦੇ ਕੇ ਪਾਉ। ਜਦੋਂ ਕੋਈ ਬੰਦਾ ਮੂਰਤੀ ਬਣਾਉਂਦਾ, ਮੂਰਤੀਕਾਰ ਹੱਥ ਵਿੱਚ ਹਥੌੜੀ ਤੇ ਛੈਣੀ ਫੜ ਕੇ ਕਿਵੇਂ ਦੇਖੋ ਉਹਨੂੰ ਛਿੱਲਦਾ ਵਾ, ਉਹਦੇ ਵਿੱਚੋਂ ਸ਼ੇਰ ਤੇ ਆਦਿਕ ਕਿੰਨਾ ਕੁਝ ਬਣਾ ਦਿੰਦਾ। ਪਾਖਾਨ ਗੜ ਕੇ ਮੂਰਤ ਕੀਨੀ, ਛਾਤੀ ਦੇ ਕੇ ਪਾਉ। ਜੇ ਇਹ ਮੂਰਤ ਸਾਚੀ ਹੈ ਤਾਂ ਗੜ ਨਹਾਰੇ ਖਾਓ। ਤਾਂ ਪਹਿਲਾ ਫਰਜ਼ ਇਹ ਬਣਦਾ ਵੀ ਜਿਹੜਾ ਉਹ ਮੂਰਤੀ ਬਣਾਉਂਦਾ ਰਿਹਾ ਵਾ, ਜੇ ਮੂਰਤ ਸੱਚੀ ਹੋਵੇ ਸਭ ਤੋਂ ਪਹਿਲਾਂ ਤਾਂ ਉਹਨੂੰ ਖਾ ਜਾਵੇ ਵੀ ਤੂੰ ਮੇਰੀ ਬੇਅਦਬੀ ਕੀਤੀ, ਉੱਤੇ ਪੈਰ ਰੱਖ ਰੱਖ ਕੇ ਕਿਵੇਂ ਤੂੰ ਘੜਦਾ ਰਿਹਾ। ਇਹ ਤੇ ਆਦਿਕ ਕਈ ਗੁਰਬਾਣੀ ਦੇ ਵਿੱਚ ਪ੍ਰਮਾਣ ਹਨ। ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਵੀ ਜਿਹੜੇ ਸਿੱਖ ਲੋਕ ਨੇ ਵੀ ਬਸ ਪੱਥਰਾਂ ਦੀ ਪੂਜਾ ਕਰੀ ਜਾਣ, ਕਦੇ ਗੁਰੂ ਨਾਨਕ ਸਾਹਿਬ ਦੀ ਫੋਟੋ ਦੇ ਅੱਗੇ ਲਾਈ ਜਾਣ ਅਤੇ ਕਦੇ ਆਪਣੀਆਂ ਗੱਡੀਆਂ 'ਚ ਗੁਰੂ ਨਾਨਕ ਸਾਹਿਬ ਜੀ ਦੀ ਮੇਡ ਇਨ ਚਾਈਨਾ ਦੀ ਉਹ ਮੂਰਤੀ ਬਣਾ ਕੇ ਉੱਥੇ ਮੱਥੇ ਟੇਕੀ ਜਾਣ। ਜਦ ਕਿ ਭਗਤ ਧੰਨਾ ਜੀ ਨੇ ਕਿੱਦਾਂ ਰੱਬ ਦੀ ਪ੍ਰਾਪਤੀ ਕੀਤੀ। ਧੰਨੇ ਧਨ ਪਾਇਆ ਧਰਣੀ ਧਰ, ਮਿਲ ਜਨ ਸੰਤ ਸਮਾਨਿਆ। ਉਹ ਰੱਬ ਦੇ ਪਿਆਰਿਆਂ ਦੀ ਸੰਗਤ ਕਰਦੇ ਸੀ ਅਤੇ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਗਈ। ਹੋ ਸਕਦਾ ਤੁਹਾਡੇ ਧਿਆਨ ਵਿੱਚ ਭਾਈ ਗੁਰਦਾਸ ਜੀ ਦੀ ਉਹ ਪੌੜੀ ਆਉਂਦੀ ਹੋਵੇ ਜਿਹਦੇ ਵਿੱਚ ਸਾਰਾ ਵਰਣਨ ਕੀਤਾ ਵਾ ਵੀ ਭਗਤ ਧੰਨਾ ਜੀ ਉਹ ਕਿਸੇ ਬ੍ਰਾਹਮਣ ਕੋਲ ਗਏ, ਉਹਨਾਂ ਨੂੰ ਕਹਿਣ ਲੱਗੇ ਜੀ ਮੈਨੂੰ ਪੱਥਰ ਦੇ ਦਿਓ। ਉਹਨੇ ਪੱਥਰ ਦੇ ਦਿੱਤਾ। ਹਾਂ ਵੀ ਮੂੰਹ ਨਾ ਜੁਠਾਲ ਸਾਂ ਵੀ ਜਿੰਨਾ ਚਿਰ ਤੁਸੀਂ ਪੱਥਰ ਜੀ ਰੱਬ ਜੀ ਕੁਛ ਨਾ ਖਾਧਾ ਮੈਂ ਵੀ ਕੁਛ ਨਹੀਂ ਖਾਣਾ। ਉਹ ਭਾਈ ਗੁਰਦਾਸ ਜੀ ਨੇ ਇੱਕ ਪੌੜੀ ਦੇ ਵਿੱਚ ਲਿਖਿਆ ਵਾ। ਸਾਡੇ ਗਿਆਨੀ ਜੀ ਦੱਸਦੇ ਹੁੰਦੇ ਸੀ, ਗਿਆਨੀ ਇਕਬਾਲ ਸਿੰਘ ਜੀ ਲੋਟਨੀ ਵਾਲੇ, ਤਹਿਸੀਲ ਇਸਮਾਈਲਾਬਾਦ, ਜ਼ਿਲ੍ਹਾ ਕੁਰੂਕਸ਼ੇਤਰ ਹੁੰਦੇ ਸਨ, ਬੜੇ ਵੱਡੇ ਵਿਦਵਾਨ ਸੀ। ਉਹ ਕਹਿੰਦੇ ਸੀ ਵੀ ਇਹ ਭਾਈ ਗੁਰਦਾਸ ਜੀ ਨੇ ਪੌੜੀ ਲਿਖ ਕੇ ਅਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਪੁੱਛਿਆ ਵਾ ਵੀ ਸਤਿਗੁਰੂ ਜੀ ਲੋਕੀ ਇੱਦਾਂ ਕਹਿੰਦੇ ਨੇ ਵੀ ਭਗਤ ਜੀ ਨੂੰ ਉਹ ਪੰਡਤ ਨੇ ਪੱਥਰ ਦੇ ਦਿੱਤਾ, ਉਹ ਖੇਤਾਂ 'ਚ ਲੈ ਗਏ, ਅੱਗੇ ਰੋਟੀ ਰੱਖ ਕੇ ਬਹਿ ਗਏ, ਕਹਿੰਦੇ ਜੇ ਤੁਸੀਂ ਖਾਓਗੇ ਤਾਂ ਮੈਂ ਤਾਂ ਹੀ ਖਾਵਾਂਗਾ, ਦੱਸੋ ਵੀ ਇਹ ਠੀਕ ਆ। ਅਤੇ ਅੱਗਿਓਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਸਮਝਾਇਆ ਨਹੀਂ ਭਾਈ ਇਸ ਤਰ੍ਹਾਂ ਨਹੀਂ ਹੈ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਹੈ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ, ਬੁਨਨਾ ਤਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਭਇਓ ਗੁਨੀ ਗਹੀਰਾ। ਇਤਿਆਦਿਕ ਉਹ ਸਾਰਾ ਫਿਰ ਉਹਦੇ ਵਿੱਚ ਜ਼ਿਕਰ ਆਉਂਦਾ। ਇਹ ਬਿਧ ਸੁਣ ਕੇ ਜੱਟ ਰੋ, ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਭਗਤ ਧੰਨਾ ਜੀ ਨੇ ਵੀ ਜਿਹੜੇ ਇਹਨਾਂ ਤੋਂ ਪਹਿਲੇ ਹੋਏ ਭਗਤ ਉਹਨਾਂ ਦੀਆਂ ਜੀਵਨੀਆਂ ਬਾਰੇ ਸੁਣਿਆ ਵੀ ਉਹਨਾਂ ਨੇ ਕਿਵੇਂ ਰੱਬ ਜੀ ਦੀ ਪ੍ਰਾਪਤੀ ਕੀਤੀ ਹੈ, ਅਤੇ ਇਹਨਾਂ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪੂਜਾ, ਪਰਮਾਤਮਾ ਜੀ ਦੀ ਭਗਤੀ ਕੀਤੀ। ਅਤੇ ਭਗਤ ਧੰਨਾ ਜੀ ਨੂੰ ਵੀ ਇਸ ਤਰ੍ਹਾਂ ਪਰਮਾਤਮਾ ਜੀ ਮਿਲੇ ਜਿਵੇਂ ਪ੍ਰਤੱਖ ਮਿਲ ਗਏ ਹੁਣ, ਭਾਵ ਕਣ ਕਣ ਦੇ ਵਿੱਚ ਸਾਰੀਆਂ ਥਾਵਾਂ ਦੇ ਉੱਤੇ ਭਗਤ ਧੰਨਾ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਹੋਏ। ਰਹੋ ਵਿਸਾਰ ਗੋਪਾਲ ਤੇਰਾ ਆਰਤਾ। ਆਰਤਾ ਦਾ ਅਰਥ ਹੁੰਦਾ ਜੀ ਲੋੜਵੰਦਾ, ਦੁਖੀਆ, ਮੰਗਤਾ। ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਆਰਤ, ਦੁਖੀ। ਹੇ ਪ੍ਰਿਥਵੀ ਦੇ ਪਾਲਣ ਵਾਲੇ ਪ੍ਰਭੂ, ਮੈਂ ਤੇਰੇ ਦਰ ਦਾ ਮੰਗਤਾ ਹਾਂ, ਮੇਰੀਆਂ ਲੋੜਾਂ ਪੂਰੀਆਂ ਕਰ। ਜਿਹੜਾ ਤੁਹਾਡਾ ਭਗਤ ਆ ਉਹਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ। ਜੋ ਜਣ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਜੋ ਜੋ ਮਨੁੱਖ ਤੇਰੀ ਭਗਤੀ ਕਰਦੇ ਹਨ ਤੂੰ ਉਹਨਾਂ ਦੇ ਕੰਮ ਸਿਰੇ ਚਾੜ੍ਹਦਾ ਹੈ। ਰਹਾਓ ਦਾਲ ਸੀਧਾ ਮੰਗੋ ਕੀਓ। ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ, ਘਰ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਸਤੇ, ਬਾਲ ਬੱਚਾ ਪਾਲਣ ਵਾਸਤੇ ਮੈਨੂੰ ਇਹ ਚੀਜ਼ਾਂ ਚਾਹੀਦੀਆਂ ਨੇ। ਮੈਂ ਤੇਰੇ ਦਰ ਤੋਂ ਦਾਲ, ਆਟਾ ਅਤੇ ਘਿਓ ਮੰਗਦਾ ਹਾਂ। ਹਮਰਾ ਖੁਸ਼ੀ ਕਰੇ ਨਿਤ ਜੀਓ, ਜੋ ਮੇਰੀ ਜਿੰਦ ਨੂੰ ਨਿਤ ਸੁਖੀ ਰੱਖੇ। ਤੁਹਾਡਾ ਜਿਹੜਾ ਭਗਤ ਆ ਉਹ ਭੋਜਨ ਪ੍ਰਸ਼ਾਦਾ ਛਕੇਗਾ ਇਤਿਆਦਿਕ, ਅਤੇ ਤਾਂ ਹੀ ਉਹ ਤੁਹਾਡੇ ਗੁਣ ਗਾ ਸਕੇਗਾ ਨਾ। ਅਗਰ ਉਹਦੀ ਭੁੱਖ ਹੀ ਨਾ ਪੂਰੀ ਹੋਈ, ਉਹਨੂੰ ਖਾਣ ਵਾਸਤੇ ਚੰਗਾ ਭੋਜਨ ਹੀ ਨਾ ਮਿਲਿਆ, ਅਤੇ ਉਹ ਪਰਮਾਤਮਾ ਜੀ ਤੁਹਾਡੇ ਗੁਣ ਖੁਸ਼ ਹੋ ਕੇ ਕਿਵੇਂ ਗਾਵੇਗਾ। ਉਹਦਾ ਧਿਆਨ ਤਾਂ ਫਿਰ ਭੋਜਨ ਪ੍ਰਸ਼ਾਦੇ ਵਿੱਚ ਹੀ ਰਹੇਗਾ। ਪਨੀਆਂ ਸਾਧਨ ਨੀਕਾ। ਪਨੀਆਂ ਦਾ ਅਰਥ ਹੁੰਦਾ ਜੁੱਤੀ, ਇਹਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਉਪਾਨੈ। ਸਾਧਨ ਦਾ ਅਰਥ ਹੁੰਦਾ ਕੱਪੜਾ, ਨੀਕਾ ਦਾ ਮਤਲਬ ਸੋਹਣਾ। ਵਾਹਿਗੁਰੂ ਜੀ ਤੁਹਾਡੇ ਭਗਤ ਦੇ ਪੈਰਾਂ ਵਿੱਚ ਪਾਉਣ ਵਾਸਤੇ ਸੋਹਣੀ ਜੁੱਤੀ ਵੀ ਚਾਹੀਦੀ ਹੈ, ਤਾਂ ਕਿ ਉਹਨੇ ਕਿਧਰੇ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਜਾਣਾ ਹੋਵੇ ਅਤੇ ਉਹ ਪ੍ਰੋਪਰ ਸੋਹਣੇ ਤਰੀਕੇ ਨਾਲ ਸਫ਼ਰ ਵੀ ਕਰ ਸਕਦਾ ਹੋਵੇ। ਪਰ ਇੱਥੇ ਉਲਟ ਹੋਇਆ, ਇੱਕ ਥਾਂ ਦੇ ਉੱਤੇ ਜ਼ਿਕਰ ਆਉਂਦਾ ਹੈ, ਸਾਈਂ ਵਜੀਦ ਜੀ ਲਿਖਦੇ ਨੇ, ਇੱਥੇ ਕੀ ਬਣਿਆ ਪਿਆ, ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ। ਜਿਹੜੇ ਮੂਰਖ ਲੋਕ ਨੇ ਉਹਨਾਂ ਨੂੰ ਹਾਥੀ ਘੋੜਿਆਂ ਦੀ ਸਵਾਰੀ ਆ। ਉਹਨਾਂ ਦਾ ਤੇਲ ਵੀ ਜਿਹੜਾ ਉਹ ਗੋਲਕਾਂ ਦੇ ਵਿੱਚੋਂ ਪੈ ਜਾਂਦਾ। ਅਤੇ ਜਿਹੜੇ ਰੱਬ ਦੇ ਪਿਆਰੇ ਆ, ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ। ਉਹ ਹਾਥੀ ਘੋੜੇ ਦਾ ਮਤਲਬ ਲੇਟੈਸਟ ਅਰਥ ਕੀ ਆ, ਵੱਡੀਆਂ ਮਹਿੰਗੀਆਂ ਗੱਡੀਆਂ। ਜਿਹੜੇ ਮੂਰਖ ਨੇ ਉਹ ਗੱਡੀਆਂ ਚੜ੍ਹੇ ਫਿਰਦੇ ਨੇ। ਪੰਡਤ ਪੈਰ ਪਿਆਦੀ ਪਾਟੇ ਜੋੜਿਆਂ।
ਤੇ ਪੰਡਤ ਦਾ ਅਰਥ ਹੁੰਦਾ ਜਿਹੜੇ ਵਿਦਵਾਨ, ਰੱਬ ਦੇ ਪਿਆਰੇ, ਗੁਰੂ ਦੇ ਕੀਰਤਨੀ ਕਹਿ ਲਓ, ਜਸ ਗਾਉਣ ਵਾਲੇ। ਇਹਨਾਂ ਵਿਚਾਰਿਆਂ ਨੂੰ ਇੱਕ ਮੋਟਰਸਾਈਕਲ ਦੇ ਉੱਤੇ ਇੱਕ ਤਬਲਾ ਅੱਗੇ ਰੱਖ ਲੈਂਦੇ, ਇੰਨੀ ਠੰਡ ਦੇ ਵਿੱਚ ਇਹ ਕੀਰਤਨ ਕਰਨ ਜਾਂਦੇ ਆ, ਤੇ ਮੂਰਖ ਲੋਕੀ ਜਿਹੜੇ ਉਹ ਗੱਡੀਆਂ ਤੇ ਚੜੇ ਫਿਰਦੇ ਨੇ। ਤੇ ਇਸ ਤਰ੍ਹਾਂ ਇਹ ਜਿਹੜੇ ਪੰਡਤ ਪੈਰ ਪਿਆਦੀ ਪਾਟੇ ਜੋੜਿਆਂ, ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ। ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ, ਤੁਸੀਂ ਆਪਣੇ ਪਿਆਰਿਆਂ ਦੇ ਜਿਹੜੇ ਸਾਰੇ ਕਾਰਜ ਉਹ ਸਵਾਰ ਦਿੰਦੇ ਹੋ, ਉਹਨਾਂ ਦੀਆਂ ਸ਼ੁਭ ਮਨੋਕਾਮਨਾ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਪੂਰੀਆਂ ਕਰਦੇ ਹੋ। ਭਗਤ ਧੰਨਾ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਵਾ। ਤੇ ਇੱਕ ਗੁਰੂ ਪਿਆਰਿਓ, ਆਪਾਂ ਕਈ ਵਾਰੀ ਨਾ ਉੱਥੇ ਦੇਖਿਆ, ਜਦੋਂ ਬੱਚੇ ਟੀਵੀ ਵਿੱਚ ਡਿਸਕਵਰੀ ਚੈਨਲ ਲਾਉਂਦੇ ਆ, ਵੇਖ ਕੇ ਹੈਰਾਨ ਹੋ ਜਾਈਦਾ। ਭਗਤ ਧੰਨਾ ਜੀ ਨੇ ਜਿਹੜੀਆਂ ਖੋਜਾਂ ਸਾਇੰਸ ਅੱਜ ਕਰਦੀ ਆ, ਭਗਤ ਧੰਨਾ ਜੀ ਨੇ ਕਿੰਨੇ ਸਾਲ ਪਹਿਲਾਂ ਹੀ ਉਹ ਜਿਹੜੀਆਂ ਖੋਜਾਂ ਸੀ ਉਹ ਗੁਰਬਾਣੀ ਦੇ ਵਿੱਚ ਲਿਖ ਦਿੱਤੀਆਂ। ਇੱਕ ਵਾਰ ਫਿਰ ਸਰਚ ਕਰਾਂ, ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ। ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ। ਹੇ ਅਕਾਲ ਪੁਰਖ ਵਾਹਿਗੁਰੂ ਜੀ। ਤੇ ਉਹ ਭਗਤ ਧੰਨਾ ਜੀ ਕੀ ਲਿਖਦੇ ਨੇ, ਕੁੰਮੀ ਜਲ ਮਾਹੇ। ਉਹ ਆਪਾਂ ਕੀ ਦੇਖਦੇ ਹਾਂ ਟੀਵੀ ਦੇ ਵਿੱਚ ਵੀ ਜਿਹੜੀ ਕੱਛੂ ਕੁੰਮੀ ਆ ਉਹ ਕਾਫੀ ਸਾਰੇ ਆਂਡੇ ਦੇ ਦਿੰਦੀ ਆ, ਸਮੁੰਦਰ ਦੇ ਵਿੱਚੋਂ ਬਾਹਰ ਨਿਕਲ ਕੇ ਰੇਤ ਦੇ ਵਿੱਚ ਟੋਆ ਪੁੱਟ ਕੇ ਤੇ ਉਹਦੇ ਵਿੱਚ ਆਂਡੇ ਦੇ ਕੇ ਤੇ ਉਹਦੇ ਉੱਤੇ ਰੇਤ ਪਾ ਕੇ ਉਹਨਾਂ ਨੂੰ ਢੱਕ ਦਿੰਦੀ ਆ। ਫਿਰ ਉਹ ਕੱਛੂ ਕੁੰਮੇ ਜਦੋਂ ਬੱਚੇ ਛੋਟੇ ਨਿਕਲਦੇ ਨੇ ਤੇ ਕੁੰਮੀ ਜਲ ਮਾਹੇ ਤਨ ਤੇ ਸਬਾਹਰ ਖੀਰ ਪੰਖ ਤਿਨ ਨਾਹੇ। ਉਹ ਆਪਣੇ ਸਰੀਰ ਦੇ ਹਿੱਸੇ ਭਾਵ ਆਪਣੇ ਆਂਡੇ, ਆਪਣੇ ਬੱਚੇ ਉਹਦੇ ਸਮੁੰਦਰ ਦੇ ਬਾਹਰਲੇ ਪਾਸੇ ਛੱਡ ਕੇ ਆ ਜਾਂਦੀ ਆ। ਖੀਰ ਪੰਖ ਤਿਨ ਨਾਹੇ, ਖੀਰ ਤੇ ਨਾ ਕਛੂ ਕੁੰਮੀ ਆਪਣੇ ਬੱਚਿਆਂ ਨੂੰ ਦੁੱਧ ਹੀ ਚੰਗਾਉਂਦੀ ਆ, ਤੇ ਨਾ ਉਹਨਾਂ ਨੂੰ ਖੰਭ ਹੀ ਲੱਗੇ ਹੋਇਆ ਵੀ ਉੱਡ ਕੇ ਕਿਸੇ ਪਾਸੇ ਚਲੇ ਜਾਣਗੇ। ਉਹ ਆਪਣੇ ਆਪ ਹੀ ਵੇਖੋ ਪਰਮਾਤਮਾ ਜੀ ਆਪ ਹੀ ਉਹਨਾਂ ਨੂੰ ਆਂਡਿਆਂ ਦੇ ਵਿੱਚੋਂ ਕੱਢਦਾ, ਤੇ ਉਹ ਕਿਵੇਂ ਫਿਰ ਸਮੁੰਦਰ ਵੱਲ ਨੂੰ ਆਪੇ ਹੀ ਜੰਮਦੇ ਆ ਸਾਰੀ ਸਮੁੰਦਰ ਵੱਲ ਨੂੰ ਤੁਰ ਪੈਂਦੇ ਆ। ਕੁਝ ਕੁ ਨੂੰ ਪੰਛੀ ਚੁੱਕ ਕੇ ਲੈ ਜਾਂਦੇ ਆ, ਕੁਝ ਕੁ ਨੂੰ ਹੋਰ ਜਾਨਵਰ ਇਤਿਆਦਿ ਖਾ ਜਾਂਦੇ ਆ, ਤੇ ਕੁਝ ਜਿਹੜੇ ਉਹ ਸਮੁੰਦਰ ਦੇ ਵਿੱਚ ਪਹੁੰਚ ਜਾਂਦੇ ਆ। ਇਹ ਉਦਾਹਰਨ ਭਗਤ ਧੰਨਾ ਜੀ ਨੇ ਬਾਣੀ ਵਿੱਚ ਲਿਖੀ ਵੀ ਅਕਾਲ ਪੁਰਖ ਵਾਹਿਗੁਰੂ ਜੀ ਜੇ ਪਰਮਾਤਮਾ ਜੀ ਉਹਨਾਂ ਕੱਛੂ ਕੁੰਮੇ ਦੇ ਬੱਚਿਆਂ ਨੂੰ ਆਪੇ ਹੀ ਆਂਡਿਆਂ ਚੋਂ ਕੱਢ ਕੇ ਸਮੁੰਦਰ 'ਚ ਭੇਜ ਸਕਦਾ ਵਾ, ਉਹਨਾਂ ਦੀ ਰੋਜੀ ਰੋਟੀ ਦਾ ਨਾ ਉਹਨਾਂ ਲਈ ਦੁੱਧ ਦਾ ਪ੍ਰਬੰਧ ਆ ਨਾ ਖੰਭ ਲੱਗੇ ਆ, ਤੇ ਤੂੰ ਕਾਹਦੇ ਵਾਸਤੇ ਡੋਲਦਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਤੇਰੀਆਂ ਵੀ ਲੋੜਾਂ ਪੂਰੀਆਂ ਕਰਨਗੇ। ਰਹੋ ਵਿਚਾਰ। ਅੱਗੇ ਲਿਖਦੇ ਪਨੀਆਂ ਛਾਦਨ ਨੀਕਾ। ਵਾਹਿਗੁਰੂ ਜੀ ਜਿਹੜਾ ਤੁਹਾਡਾ ਪਿਆਰਾ ਭਗਤ ਆ ਉਹਦੇ ਪੈਰਾਂ ਵਿੱਚ ਪਾਉਣ ਵਾਸਤੇ ਚੰਗੀ ਜੁੱਤੀ ਵੀ ਹੋਣੀ ਚਾਹੀਦੀ ਆ, ਤੇ ਸਰੀਰ ਦੇ ਉੱਤੇ ਪਹਿਨਣ ਵਾਸਤੇ ਚੰਗੇ ਕੱਪੜੇ ਵੀ ਹੋਣੇ ਚਾਹੀਦੇ ਹਨ। ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ, ਪੰਡਤ ਪੈਰ ਪਿਆਦੀ ਪਾਟੇ ਜੋੜਿਆਂ। ਤੇ ਭਗਤ ਧੰਨਾ ਜੀ ਨੇ ਦੇਖਿਆ ਤਾਂ ਹੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਕੋਲੋਂ ਇਹਨਾਂ ਸਾਰੀਆਂ ਚੀਜ਼ਾਂ ਦੀ ਮੰਗ ਕੀਤੀ ਵੀ ਜਿਹੜੇ ਵਾਹਿਗੁਰੂ ਜੀ ਤੁਹਾਡੇ ਪਿਆਰੇ ਭਗਤ ਨੇ ਉਹਨਾਂ ਦੀ ਹਾਲਤ ਵੇਖ ਲਓ ਕੈਸੀ ਆ। ਆਉਣ ਵਾਲੇ ਸਮੇਂ 'ਚ ਆਪਾਂ ਉਹ ਵੀ ਇੱਕ ਸ਼ਬਦ ਜਿਹੜਾ ਵਿਚਾਰਾਂਗੇ, ਪਾੜ ਪੜੋਸਣ ਪੂਛ ਬੇਨਾਮਾ ਕਾ ਪਹਿਛਾਨ ਸ਼ਵਾਈ ਹੋ, ਤੋ ਪੈ ਦੁਗਣੀ ਮਜ਼ੂਰੀ ਦਹਿਓ ਮੋਕੋ ਬੇੜੀ ਦੇਹੋ ਬਤਾਈ ਹੋ। ਭਗਤ ਧੰਨਾ ਜੀ ਦੀ ਝੌਂਪੜੀ ਬਣਾਉਣ ਦੇ ਬਾਰੇ ਇੱਕ ਸ਼ਬਦ ਆ। ਇੱਥੇ ਉਹ ਕਹਿੰਦੇ ਵੀ ਵਾਹਿਗੁਰੂ ਜੀ ਤੁਹਾਡੇ ਪਿਆਰੇ ਦੇ ਕੋਲ ਪੈਰਾਂ ਵਿੱਚ ਪਾਉਣ ਵਾਸਤੇ ਚੰਗੀ ਜੁੱਤੀ ਹੋਵੇ, ਸਰੀਰ ਦੇ ਉੱਤੇ ਪਹਿਨਣ ਵਾਸਤੇ ਚੰਗੇ ਕੱਪੜੇ ਹੋਣ। ਅਨਾਜ ਮੰਗੋ ਸੱਤ ਸੀਕਾ। ਸੱਤ ਸੀਕਾ ਦਾ ਮਤਲਬ ਹੁੰਦਾ 7 ਸੀਆਂ ਵਾਲਾ ਅੰਨ। ਉਹ ਅੰਨ ਜੋ ਪੈਲੀ ਨੂੰ 7 ਵਾਰੀ ਵਾਹ ਕੇ ਪੈਦਾ ਕੀਤਾ ਹੋਵੇ। ਜਦੋਂ 7 ਵਾਰੀ ਪੈਲੀ ਨੂੰ ਵਾਹ ਦਿੰਦੇ ਸੀ, ਪੈਲੀ ਬਹੁਤ ਨਰਮ ਹੋ ਜਾਂਦੀ ਸੀ, ਪੈਲੀ ਬਹੁਤ ਪੋਲੀ ਹੋ ਜਾਂਦੀ ਸੀ, ਮਿੱਟੀ ਦਾ ਬਦਲਾਅ ਹੋ ਜਾਂਦਾ ਸੀ, ਥੱਲੇ ਵਾਲੀ ਮਿੱਟੀ ਉੱਤੇ ਆ ਜਾਂਦੀ ਸੀ। ਉਹਦੇ ਨਾਲ ਜਿਹੜਾ ਅਨਾਜ ਪੈਦਾ ਹੁੰਦਾ ਸੀ ਉਹਦੇ 'ਚ ਬਹੁਤ ਸਾਰੇ ਪੌਸ਼ਟਿਕ ਤੱਤ ਆ ਜਾਂਦੇ ਸੀ। ਜੇ ਇਹਦਾ ਲੇਟੈਸਟ ਅੱਜ ਦੇ ਸਮੇਂ ਵਿੱਚ ਇਸ ਪੰਕਤੀ ਦਾ ਅਰਥ ਕਰਨਾ ਹੋਵੇ, ਇਹਦਾ ਅਰਥ ਇਹ ਹੋਵੇਗਾ, ਹੇ ਵਾਹਿਗੁਰੂ ਜੀ ਤੁਹਾਡੇ ਪਿਆਰੇ ਨੇ ਜਿਹੜਾ ਭੋਜਨ ਪ੍ਰਸ਼ਾਦਾ ਛਕਣਾ ਵਾ, ਉਹ ਭੋਜਨ ਪ੍ਰਸ਼ਾਦਾ ਵਧੀਆ ਕਿਸਮ ਦਾ ਬਿਨਾਂ ਕਿਸੇ ਪ੍ਰਕਾਰ ਦੀ ਸਪਰੇਅ ਰੇਹ ਇਤਿਆਦਿਕ ਤੋਂ ਨੈਚੁਰਲ ਤਰੀਕੇ ਦੇ ਨਾਲ ਤਿਆਰ ਕੀਤਾ ਹੋਇਆ ਜਿਹੜਾ ਅਨਾਜ ਆ ਉਹ ਤੁਹਾਡੇ ਪਿਆਰੇ ਨੂੰ ਵਾਹਿਗੁਰੂ ਜੀ ਆਪਣੇ ਨੂੰ ਤੁਸੀਂ ਛਕਣ ਵਾਸਤੇ ਬਖਸ਼ਿਸ਼ ਕਰੋ। ਅਨਾਜ ਮੰਗੋ 7 ਸੀਕਾ। ਵਾਹਿਗੁਰੂ ਜੀ ਮੈਂ ਤੁਹਾਡੇ ਕੋਲ ਵਧੀਆ ਕਿਸਮ ਦਾ ਅਨਾਜ ਮੰਗਦਾ ਹਾਂ, ਵਧੀਆ ਕਿਸਮ ਦਾ ਵਾਹਿਗੁਰੂ ਜੀ ਮੈਂ ਤੁਹਾਡੇ ਕੋਲੋਂ ਅਨਾਜ ਮੰਗਦਾ ਹਾਂ। ਇੱਥੇ ਮੈਨੂੰ ਇੱਕ ਗਾਥਾ ਚੇਤੇ ਆ ਗਈ। ਇੱਕ ਭਾਈ ਮਨਜੀਤ ਸਿੰਘ ਜੀ ਸਾਡੇ ਨਿਹੰਗ ਸਿੰਘ, ਅੱਜ ਕੱਲ੍ਹ ਉਹ ਬਾਬਾ ਬਕਾਲਾ ਸਾਹਿਬ ਕਥਾ ਕਰਦੇ ਆ, ਤੇ ਇੱਕ ਪਿੰਡ 'ਚੋਂ ਗੁਰਦੁਆਰਾ ਸਾਹਿਬ 'ਚ ਗ੍ਰੰਥੀ ਸਿੰਘ ਸੀ, ਤੇ ਨਗਰ ਕੀਰਤਨ ਲੰਘਣਾ ਸੀ, ਤੇ ਉੱਥੇ ਪਕੌੜਿਆਂ ਦਾ ਲੰਗਰ ਲਾਉਣਾ ਸੀ। ਤੇ ਭਾਈ ਸਾਹਿਬ ਇੱਕ ਦੁਕਾਨ 'ਤੇ ਗਏ, ਕਹਿਣ ਲੱਗੇ ਜੀ ਵਧੀਆ ਜਿਹਾ ਤੇਲ ਦਿਓ ਤੇ ਸਵੇਰੇ ਨਗਰ ਕੀਰਤਨ ਵਾਸਤੇ ਪਕੌੜੇ ਕੱਢਣੇ। ਉਹ ਕਹਿੰਦਾ ਵੀ ਨਗਰ ਕੀਰਤਨ ਵਾਸਤੇ ਕੱਢਣੇ ਆ ਤੇ 1200 ਵਾਲਾ ਪੀਪਾ ਕਦ ਲਈ ਖੜਨਾ, 700 ਵਾਲਾ ਲੈ ਜਾ, ਤੁਸੀਂ ਕਿਹੜਾ ਘਰ ਖਾਣਾ ਵਾ।
ਨਗਰ ਕੀਰਤਨ ਦੇ ਵਿੱਚ ਹੀ ਵਰਤਾਉਣਾ ਨਾ, ਸਭ ਤੋਂ ਘਟੀਆ ਕਿਸਮ ਦਾ ਤੈਨੂੰ ਮੈਂ ਤੇਲ ਦੇ ਦਿੰਦਾ। ਕਹਿਣ ਦਾ ਭਾਵ ਇਹ ਆ ਵੀ ਜਿਹੜੇ ਰੱਬ ਦੇ ਪਿਆਰੇ ਆ, ਭਗਤ ਧੰਨਾ ਜੀ ਕਹਿੰਦੇ ਵੀ ਘਟੀਆ ਕਿਸਮ ਦਾ ਕਿਉਂ ਖਾਣ, ਇਹਨਾਂ ਨੂੰ ਵਾਹਿਗੁਰੂ ਜੀ ਤੁਸੀਂ ਆਪਣੇ ਪਿਆਰਿਆਂ ਨੂੰ ਵਧੀਆ ਪ੍ਰਕਾਰ ਦਾ ਜਿਹੜਾ ਅਨਾਜ ਉਹ ਬਖਸ਼ਿਸ਼ ਕਰੋ। ਗਊ ਭੈਂਸ ਮੰਗੋ ਲਾਵੇਰੀ, ਹੇ ਗੋਪਾਲ ਮੈਂ ਗਾਂ ਮੈਂ ਲਵੇਰੀ ਵੀ ਮੰਗਦਾ ਹਾਂ। ਤੁਹਾਡੇ ਪਿਆਰੇ ਦੇ ਕੋਲ ਵਾਹਿਗੁਰੂ ਜੀ ਦੁੱਧ ਪੀਣ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਹੈ। ਇੱਕ ਤਾਜਨ ਤੁਰੀ ਚੰਗੇਰੀ ਤੇ ਇੱਕ ਚੰਗੀ ਅਰਬੀ ਘੋੜੀ ਵੀ ਚਾਹੀਦੀ ਹੈ। ਉਸ ਸਮੇਂ 'ਚ ਆਵਾਜਾਈ ਦੇ ਸਾਧਨ ਨਹੀਂ ਸੀ। ਅਰਬ ਦੇਸ਼ ਦੀਆਂ ਘੋੜੀਆਂ ਜਿਹੜੀਆਂ ਬਹੁਤ ਤੇਜ਼ ਦੌੜਦੀਆਂ ਸੀ, ਜਿਹੜੀਆਂ ਬਹੁਤ ਸਮੂਥ ਚੱਲਦੀਆਂ ਸੀ, ਜਿਨ੍ਹਾਂ ਦੇ ਉੱਤੇ ਕੋਈ ਸਵਾਰੀ ਕਰੇ ਤਾਂ ਉਸ ਨਾਲ ਡੋਲਦੀਆਂ ਨਹੀਂ ਸੀ, ਹਵਾ ਦੇ ਵੇਗ ਵਾਂਗੂ ਤੇਜ਼ ਜਾਣ ਵਾਲੀਆਂ। ਤੁਹਾਡੇ ਪਿਆਰੇ ਦੇ ਕੋਲ ਅੱਜ ਦੇ ਸਮੇਂ 'ਚ ਇਹਦਾ ਅਰਥ ਇਹ ਕਰਾਂਗੇ, ਜਿਹੜੇ ਵਾਹਿਗੁਰੂ ਜੀ ਤੁਹਾਡੇ ਪਿਆਰੇ ਆ, ਇਹਨਾਂ ਦੇ ਕੋਲ ਆਵਾਜਾਈ ਦੇ ਸਾਧਨ ਵੀ ਵਧੀਆ ਕਿਸਮ ਦੇ ਚਾਹੀਦੇ ਹਨ। ਇੱਕ ਤਾਜਨ ਤੁਰੀ ਚੰਗੇਰੀ। ਹੁਣ ਸਾਡੇ ਜਿਹੜੇ ਪਾਠੀ ਸਿੰਘ ਆ, ਮੈਂ ਚੰਡੀਗੜ੍ਹ 10 ਸਾਲ ਰਿਹਾ, ਉਹ ਵਿਚਾਰੇ ਭਾਵੇਂ ਕਿ ਬਜ਼ੁਰਗ ਹੋਣ, ਉਹ ਰਾਤ ਨੂੰ 12-12 ਵਜੇ ਤੱਕ ਸਾਈਕਲਾਂ 'ਤੇ ਚੜ੍ਹੇ ਫਿਰਦੇ, ਕਦੇ ਕਿਸੇ ਦਾ ਬੂਹਾ ਜਾ ਕੇ ਖੜਕਾਉਂਦੇ ਵੀ ਅਖੰਡ ਪਾਠ ਕਿੱਥੇ ਰੱਖਿਆ, ਵੀ ਉਹਨਾਂ ਦੀ ਉਮਰ ਦੱਸੋ ਸਾਈਕਲਾਂ 'ਤੇ ਧੱਕੇ ਖਾਣ ਦੀ ਆ। ਅਤੇ ਉਹਨਾਂ ਦੇ ਆਵਾਜਾਈ ਦੇ ਸਾਧਨ ਵਾਹਿਗੁਰੂ ਜੀ ਚੰਗੇ ਚਾਹੀਦੇ ਆ। ਇੱਕ ਤਾਜਨ ਤੁਰੀ ਚੰਗੇਰੀ, ਅਤੇ ਫਿਰ ਕਹਿੰਦੇ ਘਰ ਕੀ ਗੀਹਨ ਚੰਗੀ। ਘਰ ਦੀ ਚੰਗੀ ਇਸਤਰੀ ਵੀ ਵਾਹਿਗੁਰੂ ਜੀ ਬਖਸ਼ਿਸ਼ ਕਰੋ, ਜਿਹੜੀ ਘਰ ਵਾਲੀ ਹੋਵੇ ਉਹਦਾ ਸੁਭਾਅ ਵੀ ਚੰਗਾ ਹੋਵੇ, ਉਹਦੇ ਨਾਲ ਵੀ ਵਿਚਾਰ ਰਲਦੇ ਹੋਣ, ਤਾਂ ਕਿ ਬੱਚਿਆਂ ਦੀ ਪਰਵਰਿਸ਼ ਸੋਹਣੇ ਤਰੀਕੇ ਦੇ ਨਾਲ ਹੋ ਸਕੇ, ਉਹ ਪੂਰਾ ਸਾਥ ਦੇਣ ਵਾਲੀ ਹੋਵੇ। ਧਨ ਪੇਰੇ ਨਾਖੀਆਂ ਬਹਿਨੇ ਇਕੱਠੇ ਹੋਏ, ਇੱਕ ਜੋਤ ਦੋਏ ਮੂਰਤੀ ਧਨ ਪਰ ਕਹੀਏ ਸੋਏ। ਲਾਸਟ ਪੰਕਤੀ ਜਨ ਧੰਨਾ ਲੈਵੇ ਮੰਗੀ। ਮੈਂ ਤੇਰਾ ਦਾਸ ਧੰਨਾ ਤੈਥੋਂ ਮੰਗ ਕੇ ਵਾਹਿਗੁਰੂ ਜੀ ਇਹ ਚੀਜ਼ਾਂ ਲੈਂਦਾ ਹਾਂ, ਇਹ ਮੇਰੀਆਂ ਲੋੜਾਂ ਨੇ, ਇਹ ਮੈਂ ਕੋਈ ਲੋਭ ਨਹੀਂ ਕੀਤਾ। ਅਤੇ ਸੰਸਕ੍ਰਿਤ ਲਫ਼ਜ਼ ਆ ਆਰਤ, ਇਹਦਾ ਅਰਥ ਆ ਦੁਖੀਆ ਲੋੜਵੰਦ। ਰਹਾਉ ਦੀ ਤੁਕ ਅਤੇ ਬਾਕੀ ਦੇ ਸਾਰੇ ਸ਼ਬਦ ਨੂੰ ਗੌਰ ਨਾਲ ਪੜ੍ਹਿਆ ਵੀ ਇਹੀ ਗੱਲ ਸਿੱਧ ਹੁੰਦੀ ਹੈ ਕਿ ਪ੍ਰਭੂ ਦੇ ਦਰ ਤੋਂ ਰੋਜ਼ਾਨਾ ਜੀਵਨ ਦੀਆਂ ਲੋੜਾਂ ਹੀ ਮੰਗ ਰਹੇ ਹਨ। ਲਫ਼ਜ਼ ਗੋਪਾਲ ਵਿੱਚ ਵੀ ਇਹ ਇਸ਼ਾਰਾ ਮਿਲਦਾ ਹੈ, ਭਾਵ ਧਰਤੀ ਨੂੰ ਪਾਲਣ ਵਾਲਾ। ਪਰ ਚੂੰਕਿ ਲਫ਼ਜ਼ ਆਰਤੀ ਨਾਲ ਲਫ਼ਜ਼ ਆਰਤਾ ਮਿਲਦਾ ਜੁਲਦਾ ਹੈ, ਇਸ ਵਾਸਤੇ ਇਸ ਸ਼ਬਦ ਨੂੰ ਵੀ ਆਰਤੀ ਵਾਲੇ ਸ਼ਬਦ ਦੇ ਨਾਲ ਹੀ ਧਨਾਸਰੀ ਰਾਗ ਵਿੱਚ ਦਰਜ ਕੀਤਾ ਗਿਆ ਹੈ। ਉਂਝ ਆਰਤੀ ਬਾਰੇ ਇਸ ਵਿੱਚ ਕੋਈ ਜ਼ਿਕਰ ਨਹੀਂ, ਕਿਉਂਕਿ ਆਰਤੀ ਵਿੱਚ ਫੁੱਲ ਦੀਵੇ ਆਦਿਕ ਦਾ ਹੋਣਾ ਜ਼ਰੂਰੀ ਆ। ਭਗਤ ਬਾਣੀ ਨੂੰ ਗੁਰਮਤਿ ਦੇ ਵਿਰੁੱਧ ਸਮਝਣ ਵਾਲਾ ਵੀਰ ਭਗਤ ਧੰਨਾ ਜੀ ਬਾਰੇ ਇਉਂ ਲਿਖਦਾ ਹੈ ਕਿ ਭਗਤ ਧੰਨਾ ਜੀ ਦੇ ਪਿਤਾ ਦਾ ਨਾਮ ਮਾਹੀ ਸੀ। ਜਿਹੜੇ ਭਗਤ ਬਾਣੀ ਦਾ ਵਿਰੋਧ ਕਰਨ ਵਾਲੇ, ਉਹਨਾਂ ਨੇ ਇਸ ਤਰ੍ਹਾਂ ਲਿਖਿਆ ਵਾ, ਕਿਉਂਕਿ ਕੁਝ ਸਮਾਂ ਪਹਿਲਾਂ ਇਹ ਵੀ ਰੌਲਾ ਪਿਆ ਸੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਭਗਤਾਂ ਦੀ ਬਾਣੀ ਕੱਢ ਦੇਣੀ ਚਾਹੀਦੀ ਆ। ਜਿਹੜੇ ਵਿਰੋਧ ਕਰਨ ਵਾਲੇ ਸੀ ਉਹਨਾਂ ਨੇ ਲਿਖਿਆ ਵੀ ਨਹੀਂ, ਇਹ ਗਲਤ ਹੈ ਜੀ, ਗੁਰੂ ਗ੍ਰੰਥ ਸਾਹਿਬ 'ਚ ਭਗਤਾਂ ਦੀ ਬਾਣੀ ਨਹੀਂ ਹੋਣੀ ਚਾਹੀਦੀ। ਭਗਤ ਬਾਣੀ ਦਾ ਵਿਰੋਧ ਕਰਨ ਵਾਲਾ ਸੱਜਣ ਲਿਖਦਾ ਵੀ ਭਗਤ ਧੰਨਾ ਜੀ ਦੇ ਪਿਤਾ ਦਾ ਨਾਮ ਮਾਹੀ ਸੀ, ਇਹਨਾਂ ਦਾ ਵਤਨ ਇਲਾਕਾ ਮਾਰਵਾੜ ਸੀ, ਆਪ ਮਾਮੂਲੀ ਜ਼ਿਮੀਂਦਾਰ ਸਨ। ਕਿਸੇ ਬ੍ਰਾਹਮਣ ਪਾਸੋਂ ਸਾਲਗ੍ਰਾਮ ਲੈ ਕੇ ਪੂਜਾ ਕਰਨ ਲੱਗਾ। ਜਦੋਂ ਕੁਝ ਫਲ ਪ੍ਰਾਪਤ ਨਾ ਹੋਇਆ, ਅੰਤ ਉਸੀ ਬ੍ਰਾਹਮਣ ਨੂੰ ਜਾ ਕੇ ਸਾਲਗ੍ਰਾਮ ਮੋੜ ਦਿੱਤਾ। ਕਹਿਣ ਲੱਗਾ ਕਿ ਸਾਲਗ੍ਰਾਮ ਮੇਰੇ ਨਾਲ ਗੁੱਸੇ ਹੈ, ਮੇਰੀ ਰੋਟੀ ਨਹੀਂ ਖਾਂਦਾ। ਬ੍ਰਾਹਮਣ ਨੇ ਅਸਲ ਗੱਲ ਦੱਸੀ ਕਿ ਭਾਈ ਇਹ ਤਾਂ ਪੱਥਰ ਹੈ, ਇਹ ਖਾਂਦਾ ਪੀਂਦਾ ਕੁਝ ਨਹੀਂ, ਰੱਬ ਤਾਂ ਹੋਰ ਹੈ। ਇਸ ਗੱਲ ਦਾ ਅਸਰ ਧੰਨਾ ਜੀ ਦੇ ਦਿਲ ਉੱਤੇ ਕਾਫੀ ਹੋਇਆ। ਆਖਰ ਆਪ ਰਾਮਾਨੰਦ ਜੀ ਦੀ ਮੰਡਲੀ ਨਾਲ ਰਲ ਗਏ। ਇਹਨਾਂ ਦੇ ਸਬੰਧ ਵਿੱਚ ਕਈ ਅਣਬਣ ਜਿਹੀਆਂ ਕਥਾਵਾਂ ਹਨ ਕਿ ਆਪ ਰੱਬ ਨਾਲ ਗੱਲਾਂ ਕੀਤਾ ਕਰਦੇ ਸੀ ਅਤੇ ਉਸ ਪਾਸੋਂ ਪਸ਼ੂ ਚਰਾਉਂਦੇ ਸੀ। ਇਸ ਸ਼ਬਦ ਬਾਰੇ ਵਿਰੋਧੀ ਸੱਜਣ ਜੀ ਲਿਖਦੇ ਹਨ, ਉਕਤ ਸ਼ਬਦ ਅੰਦਰ ਭਗਤ ਜੀ ਨੇ ਆਪਣੇ ਗੁਰੂ ਤੋਂ ਗਊ, ਇਸਤਰੀ, ਘੋੜੀ ਆਦਿ ਮੰਗਾਂ ਮੰਗੀਆਂ ਹਨ। ਇਸ ਕਿਸਮ ਦਾ ਇੱਕ ਸ਼ਬਦ ਕਬੀਰ ਜੀ ਨੇ ਵੀ ਲਿਖਿਆ ਹੈ। ਇਹ ਸ਼ਬਦ ਉਸੀ ਦਾ ਅਨੁਵਾਦ ਰੂਪ ਹੈ, ਪਰ ਇਹ ਸਿਧਾਂਤ ਗੁਰਮਤਿ ਸਿਧਾਂਤ ਦੀ ਵਿਰੋਧਤਾ ਕਰਦਾ ਹੈ। ਸਤਿਗੁਰੂ ਸਾਹਿਬਾਨ ਦਾ ਸਿਧਾਂਤ ਹੈ, ਸਿਰ ਸਿਰ ਰਿਜਕ ਸੰਵਾਹੇ ਠਾਕੁਰ, ਕਾਹੇ ਮਨ ਭਉ ਕਰਿਆ, ਕਾਹੇ ਰੇ ਮਨ ਚਿਤਵੇਂ ਉਦਮ ਜਾਂ ਆਹਰ ਹਰ ਜੀਓ ਭਰਿਆ, ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜ਼ਕ ਆਗਿਆ ਕਰ ਧਰਿਆ। ਅਕਾਲ ਪੁਰਖ ਅਨਮੰਗਿਆ ਰੋਜੀ ਦੇਹਿੰਦ ਹੈ, ਪਰੰਤੂ ਉਦਮ ਦੇ ਸਾਧਨ ਕਰਨੇ ਮਨੁੱਖੀ ਪਰਮ ਧਰਮ ਹੈ। ਪਰ ਜਿਸ ਸ਼ਬਦ ਦਾ ਹਵਾਲਾ ਵਿਰੋਧੀ ਸੱਜਣ ਨੇ ਦਿੱਤਾ ਹੈ, ਉਸ ਵਿੱਚ ਤਾਂ ਰੋਜੀ ਦੇ ਤੌਖਲੇ ਕਰਨ ਵੱਲੋਂ ਰੋਕਿਆ ਹੈ। ਇਹ ਤਾਂ ਕਿਤੇ ਵੀ ਨਹੀਂ ਕਿਹਾ ਕਿ ਪਰਮਾਤਮਾ ਦੇ ਦਰ ਤੋਂ ਮੰਗਣਾ ਕੁਝ ਵੀ ਨਹੀਂ। ਇਹ ਤਾਂ ਠੀਕ ਹੈ ਕਿ ਉਹ ਅਣਮੰਗਿਆਂ ਦਾਨ ਦਿੰਦਾ ਹੈ, ਪਰ ਫਿਰ ਵੀ ਉਸ ਦੇ ਦਰ ਤੋਂ ਦੁਨਿਆਵੀ ਚੀਜ਼ਾਂ ਮੰਗਣ ਦੀ ਮਨਾਹੀ ਕਿਤੇ ਨਹੀਂ ਕੀਤੀ ਗਈ। ਸਗੋਂ ਅਨੇਕਾਂ ਐਸੇ ਸ਼ਬਦ ਮਿਲਦੇ ਹਨ ਜਿਨ੍ਹਾਂ ਦੀ ਰਾਹੀਂ ਪਰਮਾਤਮਾ ਦੇ ਦਰ ਤੋਂ ਦੁਨਿਆਵੀ ਮੰਗਾਂ ਵੀ ਮੰਗੀਆਂ ਗਈਆਂ ਹਨ। ਹਾਂ, ਇਹ ਹੁਕਮ ਕੀਤਾ ਹੈ ਕਿ ਦਤਾਰ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੇ ਦਰ 'ਤੇ ਨਾ ਮੰਗੇ। ਮੰਗੋ ਰਾਮ ਤੇ ਸਭ ਥੋਕ, ਮਾਨੁਖ ਕੋ ਜਾਚਤ ਸ਼ਰਮ ਪਾਈਐ, ਪ੍ਰਭ ਕੈ ਸਿਮਰਨ ਮੋਖ। ਮੈਂ ਤਾਨ ਦਿਬਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧੇ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਧ ਹੀ ਪਾਸ।
ਸਿੱਖ ਦੀ ਸ਼ਰਧਾ ਤਾਂ ਇਹ ਹੈ ਕਿ ਦੁਨੀਆ ਦਾ ਹਰੇਕ ਕਾਰ ਵਿਹਾਰ ਸ਼ੁਰੂ ਕਰਨ ਲੱਗਿਆਂ ਉਸ ਦੀ ਸਫਲਤਾ ਵਾਸਤੇ ਪ੍ਰਭੂ ਦਰ ਤੇ ਅਰਦਾਸ ਕਰਨੀ ਹੈ। ਸਿੱਖ ਵਿਦਿਆਰਥੀ ਇਮਤਿਹਾਨ ਦੇਣ ਜਾ ਰਿਹਾ ਹੈ, ਤੁਰਨ ਲੱਗਿਆਂ ਅਰਦਾਸ ਕਰੇ। ਸਿੱਖ ਸਫ਼ਰ ਵਿੱਚ ਚੱਲਿਆ ਹੈ, ਅਰਦਾਸ ਕਰਕੇ ਤੁਰੇ। ਸਿੱਖ ਆਪਣਾ ਰਹਿائشੀ ਮਕਾਨ ਬਣਵਾਉਣ ਲੱਗਾ ਹੈ, ਨੀਂਹ ਰੱਖਣ ਵੇਲੇ ਪਹਿਲਾਂ ਅਰਦਾਸ ਕਰੇ। ਹਰੇਕ ਦੁੱਖ ਸੁੱਖ ਵੇਲੇ ਸਿੱਖ ਅਰਦਾਸ ਕਰੇ। ਜਦੋਂ ਕੋਈ ਰੋਗ ਆਦਿਕ ਵਿਪਤਾ ਪ੍ਰਭੂ ਦੀ ਮਿਹਰ ਨਾਲ ਦੂਰ ਹੁੰਦੀ ਹੈ, ਤਦੋਂ ਵੀ ਸਿੱਖ ਸ਼ੁਕਰਾਨੇ ਵਜੋਂ ਅਰਦਾਸ ਕਰੇ। ਕਿ ਇਹ ਸਾਰਾ ਉਦਮ ਗੁਰਮਤਿ ਦੇ ਵਿਰੁੱਧ ਹੈ। ਬਾਣੀ ਵਿੱਚ ਹੁਕਮ ਤਾਂ ਇਹੀ ਹੈ, ਕੀਤਾ ਲੋੜੀਐ ਕੰਮ ਸੁਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਤੋ ਸਿੱਖ ਨੇ, ਸੇਵਕ ਨੇ ਆਪਣੇ ਗੁਰੂ ਕੋਲੋਂ, ਆਪਣੇ ਪਰਮਾਤਮਾ ਦੇ ਕੋਲੋਂ ਜਿਹੜੀਆਂ ਚੀਜ਼ਾਂ ਵਸਤੂਆਂ ਦੀ ਉਹਨੂੰ ਜ਼ਰੂਰਤ ਆ, ਜਿਵੇਂ ਇੱਕ ਬੱਚਾ ਆਪਣੇ ਪਿਤਾ ਨੂੰ ਦੱਸ ਦਿੰਦਾ ਵੀ ਪਿਤਾ ਜੀ ਮੈਨੂੰ ਫਲਾਨੀਆਂ ਚੀਜ਼ਾਂ ਚਾਹੀਦੀਆਂ ਵਾ, ਇਸੇ ਤਰ੍ਹਾਂ ਜਿਹੜਾ ਸ਼ਰਧਾਲੂ ਉਹ ਵਾਹਿਗੁਰੂ ਜੀ ਨੂੰ ਕਹਿ ਦਿੰਦਾ ਵੀ ਵਾਹਿਗੁਰੂ ਜੀ ਮੇਰੀਆਂ ਫਲਾਨੀਆਂ ਰਿਕੁਆਇਰਮੈਂਟ ਹਨ, ਉਹ ਆਪ ਜੀ ਪੂਰੀਆਂ ਕਰੋ ਅਤੇ ਤੁਹਾਡੇ ਤੋਂ ਬਿਨਾਂ ਮੈਂ ਹੋਰ ਕਿਸੇ ਦੇ ਕੋਲੋਂ ਮੰਗਦਾ ਨਹੀਂ ਹਾਂ। ਇਹ ਸਾਧ ਸੰਗਤ ਜੀ ਭਗਤ ਧੰਨਾ ਜੀ ਦਾ ਸ਼ਬਦ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਡਿਟੇਲ 'ਚ ਤੁਸੀਂ ਇਹਨਾਂ ਸ਼ਬਦਾਂ ਦੀ ਵਿਆਖਿਆ 1 ਘੰਟਾ ਵੀ ਭਗਤ ਧੰਨਾ ਜੀ ਦੇ ਬਾਰੇ ਕਥਾ ਕੀਤੀ ਹੋਈ ਆਲਰੇਡੀ ਮੇਰੇ YouTube ਚੈਨਲ 'ਤੇ ਪਈ ਹੋਈ ਆ। ਡਿਟੇਲ 'ਚ ਸੁਣਨੀ ਹੋਵੇ ਤੁਸੀਂ ਉੱਥੋਂ ਸੁਣ ਸਕਦੇ ਹੋ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।